10 ਜੁਲਾਈ 2023 ਨੂੰ ਜਿਹੜਾ ਹਫ਼ਤਾ ਸ਼ੁਰੂ ਹੋਇਆ, ਇਹ ਦੁਨੀਆ ਦੀ ਰਾਜਨੀਤੀ ਦੇ ਵਿੱਚ ਬਹੁਤ ਹੀ ਅਹਿਮ ਮਹੱਤਵਪੂਰਨ ਹਫ਼ਤਾ ਹੈ, ਕਿਉਂਕਿ ਇਸ ਹਫ਼ਤੇ ਦੇ ਅੰਦਰ 2 ਦਿਨਾਂ ਦੀ ਬੈਠਕ ਹੋਈ ਹੈ ਨੇਟੋ ਦੀ। ਮੁਲਕ ਲਿਥੁਆਨੀਆ ਦੇ ਅੰਦਰ ਇਹ ਜਿਹੜੀ ਨੇਟੋ ਦੀ ਸਮਿਟ ਹੋਈ ਹੈ, ਇਸ ਦੇ ਵਿੱਚ ਕਈ ਅਹਿਮ ਫੈਸਲੇ ਕੀਤੇ ਗਏ ਨੇ। ਇੱਕ ਤਾਂ ਇਹ ਕਿ ਯੂਕਰੇਨ ਨੂੰ ਨੇਟੋ ਦੇ ਵਿੱਚ ਸ਼ਾਮਲ ਕਦੋਂ ਤੇ ਕਿਵੇਂ ਕਰਨਾ, ਇਸ ਦੇ ਬਾਰੇ ਆਪਾਂ ਅੱਗੇ ਜਾ ਕੇ ਗੱਲ ਕਰਦੇ ਹਾਂ। ਪਰ ਨਾਲ ਇੱਕ ਛੋਟੀ ਜਿਹੀ ਗੱਲ ਕਿ ਯੂਕਰੇਨੀਅਨ ਰਾਸ਼ਟਰਪਤੀ ਜ਼ੈਲੈਂਸਕੀ ਦੀ ਇੱਕ ਆਦਤ ਹੈ ਕਿ ਉਹ ਕੁਝ ਨਾ ਕੁਝ ਤੰਜ਼ ਕਰਨੋਂ ਨਹੀਂ ਹਟਦੇ ਪੱਛਮੀ ਮੁਲਕਾਂ ਦੇ ਉੱਤੇ, ਕਿ ਉਹ ਭਾਈ ਤੁਸੀਂ ਸਾਨੂੰ ਹਥਿਆਰ ਦੇਣ ਦੇ ਵਿੱਚ ਇੰਨਾ ਦੇਰ ਕਿਉਂ ਕਰਤੀ, ਤੁਸੀਂ ਗੱਲਾਂ ਜ਼ਿਆਦਾ ਕਰਦੇ ਹੋ, ਸਾਨੂੰ ਆਹ ਚੀਜ਼ਾਂ ਮਿਲਣੀਆਂ ਚਾਹੀਦੀਆਂ ਸੀ। ਸੋ ਨੇਟੋ 'ਚ ਸ਼ਾਮਲ ਹੋਣ ਨੂੰ ਲੈ ਕੇ ਵੀ ਇਸ ਵਾਰ ਜ਼ੈਲੈਂਸਕੀ ਸਾਹਿਬ ਆਂਦੇ ਨੇ ਕਿ ਸਾਨੂੰ ਹਜੇ ਤੱਕ ਨੇਟੋ 'ਚ ਇਨਵਾਈਟ ਹੀ ਨਹੀਂ ਕੀਤਾ ਗਿਆ, ਨਾ ਕੋਈ ਸਮਾਂ ਸੀਮਾ ਤੈਅ ਕੀਤੀ ਗਈ ਆ ਕਿ ਯੂਕਰੇਨ ਨੂੰ ਨੇਟੋ 'ਚ ਕਦੋਂ ਸ਼ਾਮਲ ਕੀਤਾ ਜਾਣਾ। ਇਹ ਤਾਂ ਬੜੀ ਬੇਹੂਦਾ ਗੱਲ ਹੈ। ਪਰ ਇਸ ਵਾਰ ਉਹਨਾਂ ਨੂੰ ਜਵਾਬ ਵੀ ਦਿੱਤਾ ਗਿਆ ਬ੍ਰਿਟਿਸ਼ ਡਿਫੈਂਸ ਸੈਕਟਰੀ ਬੈਨ ਵਾਲਸ ਵੱਲੋਂ। ਵਾਲਸ ਸਾਹਿਬ ਆਂਦੇ ਨੇ ਕਿ ਭਾਈ ਬੰਦੇ ਨੂੰ ਥੋੜਾ ਬਹੁਤਾ ਸ਼ੁਕਰੀਆ ਵੀ ਕਰ ਦੇਣਾ ਚਾਹੀਦਾ ਕਿਤੇ। ਵਾਲਸ ਸਾਹਿਬ ਵੀ ਸਹੀ ਨੇ ਕਿ ਭਾਈ ਮੁਲਕ ਯੂਕੇ ਦੇ ਵਿੱਚ ਤਾਂ ਥਾਂ ਹੜਤਾਲਾਂ ਹੋ ਰਹੀਆਂ ਨੇ, ਲੋਕੀ ਕਹਿੰਦੇ ਸਾਡੀ ਤਨਖਾਹ ਵਧਾਓ, ਅਸੀਂ ਫੇਰ ਤੁਹਾਨੂੰ ਟੈਂਕ ਤੋਪਾਂ ਭੇਜੀ ਜਾ ਰਹੇ ਹਾਂ ਤੇ ਤੁਸੀਂ ਹਜੇ ਫੇਰ ਇਦਾਂ ਦੀਆਂ ਮੋਹਰਿਓਂ ਗੱਲਾਂ ਆਖਦੇ ਹੋ। ਖੈਰ ਯੂਕਰੇਨ ਵਾਲੇ ਮਸਲੇ ਤੇ ਵੀ ਕਰਦੇ ਹਾਂ ਗੱਲ, ਪਰ ਇਸ ਅਹਿਮ ਸਮਿਟ ਦੇ ਵਿੱਚ ਨੇਟੋ ਇਤਿਹਾਦੀਆਂ ਨੇ ਫੈਸਲਾ ਕੀਤਾ ਹੈ ਕਿ ਜੇਕਰ ਉਹਨਾਂ ਉੱਤੇ ਰਸ਼ੀਆ ਜਾਂ ਦਹਿਸ਼ਤਗਰਦਾਂ ਵੱਲੋਂ ਹਮਲਾ ਕੀਤਾ ਜਾਂਦਾ ਹੈ ਤਾਂ ਉਹਨਾਂ ਆਪਣੇ ਡਿਫੈਂਸ ਪਲਾਨਸ ਦੇ ਵਿੱਚ ਚੇਂਜਸ ਕੀਤੇ ਨੇ, ਤੇ ਨਾਲ ਹੀ ਡਿਫੈਂਸ ਬਜਟ ਦੇ ਵਿੱਚ ਜ਼ਿਆਦਾ ਖਰਚ ਕਰਨ ਦੀ ਗੱਲ ਤੇ ਵੀ ਸਾਰਿਆਂ ਨੇ ਸਹਿਮਤੀ ਪ੍ਰਗਟਾਈ ਹੈ। ਯੂਕਰੇਨ ਨੂੰ ਕਦੋਂ ਤੇ ਕਿਵੇਂ ਸ਼ਾਮਲ ਕਰਨਾ, ਇਸ ਦੇ ਨਾਲ ਇੱਕ ਹੋਰ ਅਹਿਮ ਮਸਲਾ ਸੀਗਾ ਨੇਟੋ ਦੀ ਇਸ ਸਮਿਟ ਦੇ ਵਿੱਚ, ਜੋ ਕਿ ਸੀ ਸਵੀਡਨ ਨੂੰ ਲੈ ਕੇ। ਸਵੀਡਨ ਜੋ ਕਿ 32ਵਾਂ ਮੁਲਕ ਬਣ ਜਾਵੇਗਾ ਇਸ ਨੇਟੋ ਮਿਲਟਰੀ ਇਤਿਹਾਦ ਦੇ ਵਿੱਚ ਸ਼ਾਮਲ ਹੋਣ ਵਧਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਗੁਜ਼ਾਰਿਸ਼, ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗਦੀ ਹੈ ਤਾਂ ਇਸ ਨੂੰ ਲਾਈਕ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਨੇਟੋ ਤੇ ਯੂਕਰੇਨ ਬਾਰੇ ਤੁਹਾਡਾ ਕੀ ਸੋਚਣਾ ਹੈ। ਤੇ ਜੇਕਰ ਸਾਡਾ ਕੰਮ ਚੰਗਾ ਲੱਗਦਾ ਹੈ ਤਾਂ ਆਪਣੇ ਇਸ ਚੈਨਲ ਦਵਿੰਦਰ ਸਿੰਘ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਬਹੁਤ ਧੰਨਵਾਦ। ਰਾਸ਼ਟਰਪਤੀ ਨੇ ਅਰਦੋਗਨ ਸਾਹਿਬ ਨੇ ਇਸ ਗੱਲ ਨੂੰ ਸਹਿਮਤੀ ਦੇ ਦਿੱਤੀ ਕਿ ਜਿਹੜਾ ਸਵੀਡਨ ਮੁਲਕ ਹੈ ਉਹ ਨੇਟੋ ਦੇ ਵਿੱਚ ਆ ਸਕਦਾ ਹੈ। ਤੁਹਾਨੂੰ ਯਾਦ ਹੋਣਾ ਕਿ ਸਵੀਡਨ ਤੇ ਜਿਹੜਾ ਫਿਨਲੈਂਡ ਆ, ਦੋਹਾਂ ਨੇ ਜਦੋਂ ਰਸ਼ੀਆ ਨੇ ਯੂਕਰੇਨ ਦੇ ਵਿੱਚ ਪੈਰ ਪਾਇਆ, ਉਸ ਤੋਂ ਬਾਅਦ ਜਿਹੜਾ ਦੋਹਾਂ ਨੇ ਨੇਟੋ ਮੈਂਬਰਸ਼ਿਪ ਲਈ ਜਿਹੜਾ ਉਹਨਾਂ ਨੇ ਅਰਜ਼ੀ ਦਿੱਤੀ ਸੀ ਕਿ ਅਸੀਂ ਨੇਟੋ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਾਂ। ਇਸੇ ਹੀ ਗੱਲ ਕਰਕੇ ਨੇਟੋ ਦੇ ਵੱਲੋਂ ਇਹ ਕਿਹਾ ਗਿਆ ਸੀਗਾ ਤੁਸੀਂ ਤਾਂ ਸਾਨੂੰ ਜਿਹੜਾ ਕਮਜ਼ੋਰ ਕਰਨਾ ਚਾਹੁੰਦੇ ਸੀ ਪੁਤਿਨ ਸਾਹਿਬ, ਪਰ ਦੇਖੋ ਕਿ ਨੈਟੋ ਅੱਗੇ ਦੇ ਨਾਲੋਂ ਵੀ ਜ਼ਿਆਦਾ ਜਿਹੜਾ ਉਹ ਮਜ਼ਬੂਤ ਹੋ ਰਿਹਾ। ਸੋ ਇਹ ਵਿੱਚ ਜਿਹੜਾ ਫਿਨਲੈਂਡ ਤੇ ਸਵੀਡਨ ਦੋਹਾਂ ਨੇ ਕੀਤੀ ਸੀਗੀ, ਪਹਿਲਾਂ ਦੋਹਾਂ ਤੇ ਇਤਰਾਜ਼ ਸੀਗੇ ਕੁਝ ਕੁ ਟਰਕੀ ਨੂੰ, ਐਂਡ ਉਹਦੇ ਵਿੱਚ ਜਿਹੜਾ ਫਿਨਲੈਂਡ ਨੇ ਜਿਹੜੇ ਆਪਣੇ ਐਤਰਾਜ਼ਾਤ ਸੀਗੇ ਉਹ ਦੂਰ ਕਰ ਲਏ ਸੀਗੇ, ਜਿਹੜੀਆਂ ਕੁਝ ਕੁ ਮੰਗਾਂ ਸੀਗੀਆਂ ਟਰਕੀ ਦੀਆਂ ਉਹਨੂੰ ਉਹਨਾਂ ਨੇ ਕਬੂਲ ਕਰ ਲਈਆਂ ਸੀ। ਸੋ ਉਹ 31ਵੀਂ ਸਟੇਟ ਬਣ ਗਿਆ ਜਿਹੜਾ ਇਸ ਨੇਟੋ ਸਿਕਿਉਰਿਟੀ ਅਲਾਇੰਸ ਦਾ, ਕਿਉਂਕਿ ਉਹਨਾਂ ਦੀ ਕਾਫੀ ਵੱਡੀ ਜਿਹੜੀ ਆ ਇੱਕ ਸਰਹੱਦ ਲੱਗਦੀ ਸੀ ਇਹਦੇ ਨਾਲ, ਰਸ਼ੀਆ ਦੇ ਨਾਲ ਕਾਫੀ ਵੱਡੀ ਸਰਹੱਦ ਲੱਗਦੀ ਆ। 1340 ਕਿਲੋਮੀਟਰ ਦਾ ਜਿਹੜਾ ਇਹਦਾ ਬਾਰਡਰ ਆ ਰਸ਼ੀਆ ਦੇ ਨਾਲ। ਸੋ ਇਸ ਕਰਕੇ ਫਿਨਲੈਂਡ ਦਾ ਉੱਧਰ ਜਾਣ ਦੇ ਨਾਲ ਰਸ਼ੀਆ ਨੇ ਫਿਰ ਕਾਫੀ ਜ਼ਿਆਦਾ ਜਿਹੜੀ ਆ ਉਹਨਾਂ ਨੇ ਲੈਦੇ ਕੀਤੀ ਕਿ ਉਹਨਾਂ ਨੇ ਕਿਹਾ ਕਿ ਇਹੀ ਤਾਂ ਗੱਲਾਂ ਜਿਹੜੀਆਂ ਅਸੀਂ ਕਹਿੰਦੇ ਆ ਕਿ ਭਾਈ ਤੁਸੀਂ ਨੇਟੋ ਨੂੰ ਵੱਡਾ ਕਰ ਰਹੇ ਹੋ, ਉਹਦੇ ਵਿਸਤਾਰਵਾਦੀ ਤੁਹਾਡੀ ਨੀਤੀ ਹੈ ਤੇ ਤੁਸੀਂ ਸਾਡੇ ਬਾਰਡਰਾਂ ਤੱਕ ਆ ਪਹੁੰਚੇ ਹੋ। ਸੋ ਯੂਕਰੇਨ ਦੇ ਬਾਬਤ ਖੈਰ ਇਹ ਕਿਹਾ ਜਾ ਰਿਹਾ ਸੀ ਕਿ ਯੂਕਰੇਨ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ ਨੇਟੋ ਦੇ ਅੰਦਰ, ਕਿਉਂਕਿ ਉਹ ਤਾਂ ਬਹੁਤ ਜ਼ਿਆਦਾ ਇੱਕ ਦੂਸਰੀ ਸੀ, ਜਿਹੜਾ ਐਕਸਟ੍ਰੀਮ ਲੈਵਲ ਤੇ ਗੱਲ ਚਲੇ ਜਾਣੀ ਸੀ। ਪਰ ਉਹ ਐਕਸਟ੍ਰੀਮ ਲੈਵਲ ਤੇ ਗੱਲ ਜਿਹੜੀ ਆ ਜਾਣ ਤੋਂ ਖੈਰ ਪਹਿਲਾਂ ਹੀ ਜਿਹੜਾ ਰਸ਼ੀਆ ਨੇ ਇੱਕ ਬਹੁਤ ਵੱਡਾ ਐਕਸਟ੍ਰੀਮ ਲੈਵਲ ਦਾ ਜਿਹੜਾ ਫੈਸਲਾ ਕਰ ਲਿਆ ਕਿ ਉਹਨਾਂ ਨੇ ਇਨਵੇਡ ਕਰ ਦਿੱਤਾ ਯੂਕਰੇਨ ਨੂੰ, ਤੇ ਉਧਰੋਂ ਡੋਨਬਾਸ ਦੇ ਇਲਾਕੇ ਦੇ ਵਿੱਚ ਦੀ ਉਹ ਫਿਰ ਆ ਪਹੁੰਚੇ ਯੂਕਰੇਨ। ਤੇ ਆਪਾਂ ਨੂੰ ਪਤਾ ਕਿ ਫੈਬਰਵਰੀ 24 ਤੋਂ ਲੈ ਕੇ ਤਾਂ ਹੁਣ ਤਕਰੀਬਨ 500 ਕੁਝ 1-2 ਦਿਨ ਪਹਿਲਾਂ ਹੀ ਮੇਰਾ ਖਿਆਲ 500 ਦਿਨ ਹੋ ਗਏ ਨੇ ਇਸ ਜੰਗ ਨੂੰ ਚੱਲਦਿਆਂ ਨੂੰ, ਜਿਹੜੀ ਯੂਕਰੇਨ ਤੇ ਰਸ਼ੀਆ ਦੀ ਆ। ਰਸ਼ੀਆ ਨੇ ਬਹੁਤ ਸਾਰੇ ਇਲਾਕਿਆਂ 'ਤੇ ਕਬਜ਼ਾ ਕੀਤਾ ਜਿਨ੍ਹਾਂ ਨੂੰ ਹੁਣ ਯੂਕਰੇਨ ਦੁਬਾਰਾ ਛਡਵਾ ਰਿਹਾ, ਤੇ ਵੱਖ-ਵੱਖ ਜਿਹੜੀਆਂ ਵੈਸਟਰਨ ਕੰਟਰੀਜ਼ ਆ ਉਹਨਾਂ ਦੇ ਵੱਲੋਂ ਜਿਹੜੀ ਆ ਯੂਕਰੇਨ ਦੀ ਹਥਿਆਰਾਂ ਦੇ ਨਾਲ ਜਾਂ ਵੱਖ-ਵੱਖ ਹੋਰ ਚੀਜ਼ਾਂ ਦੇ ਨਾਲ ਮਦਦ ਵੀ ਕੀਤੀ ਜਾ ਰਹੀ ਹੈ। ਐਂਡ ਇਹਦੇ ਵਿੱਚ ਖੈਰ ਯੂਕਰੇਨ ਦਾ ਜੇਕਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਬਹੁਤ ਵੱਡਾ ਇੱਕ ਸਟੈਪ ਹੋਣਾ ਸੀਗਾ, ਪਰ ਹੁਣ ਆਫਟਰ ਜਦੋਂ ਇਹ ਹੋ ਗਿਆ ਇੱਕ ਵੱਡਾ ਜਿਹੜਾ ਜਿਸ ਗੱਲ ਦਾ ਡਰ ਸੀ, ਕਹਿੰਦੇ ਜਦੋਂ ਹੋ ਹੀ ਗਿਆ ਤਾਂ ਫਿਰ ਉਹ ਡਰ ਤਾਂ ਫਿਰ ਨਿਕਲ ਹੀ ਜਾਂਦਾ ਜਦੋਂ ਰਸ਼ੀਆ ਨੇ ਅਟੈਕ ਹੀ ਕਰ ਦਿੱਤਾ। ਉਸ ਤੋਂ ਬਾਅਦ ਫਿਰ ਉਹਨਾਂ ਨੇ ਯੂਰਪੀਅਨ ਯੂਨੀਅਨ ਦੀ ਪਾਸੇ ਜਾਣ ਦਾ ਵੀ ਜਿਹੜਾ ਉਹਨਾਂ ਨੇ ਕਿਹਾ ਕਿ ਅਸੀਂ ਉੱਧਰ ਵੀ ਯੂਰਪੀਅਨ ਯੂਨੀਅਨ ਦੇ ਵਿੱਚ ਵੀ ਸ਼ਾਮਲ ਹੋਵਾਂਗੇ, ਯੂਕਰੇਨ ਨੇ ਕਿਹਾ, ਤੇ ਅਸੀਂ ਨੇਟੋ ਦੇ ਵਿੱਚ ਵੀ ਸ਼ਾਮਲ ਹੋਵਾਂਗੇ। ਤੇ ਬੀਤੇ ਰੋਜ਼ ਰਾਸ਼ਟਰਪਤੀ ਜ਼ੈਲੈਂਸਕੀ ਨੇ ਜਿਹੜਾ ਇੱਕ ਉਹਨਾਂ ਨੇ ਤੰਜ਼ ਕੀਤਾ ਨੇਟੋ ਦੇ ਉੱਤੇ ਕਿ ਭਾਈ ਇਹ ਬੜੀ ਬੇਤੁਕੀ ਗੱਲ ਮੈਨੂੰ ਲੱਗਦੀ ਹੈ, ਇਟਸ ਅਬਸਰਡ ਕਿ ਹਜੇ ਤੱਕ ਕੋਈ ਟਾਈਮ ਲਾਈਨ ਨਹੀਂ ਤੈਅ ਕੀਤੀ ਗਈ ਕਿ ਨੇਟੋ ਦੇ ਵਿੱਚ ਯੂਕਰੇਨ ਨੂੰ ਸ਼ਾਮਲ ਕਰਨ ਦੀ, ਜਾਂ ਸਾਨੂੰ ਆਫੀਸ਼ੀਅਲੀ ਇਨਵਾਈਟ ਕਦੋਂ ਕੀਤਾ ਜਾਣਾ ਨੇਟੋ ਦੇ ਅੰਦਰ ਸ਼ਾਮਲ ਹੋਣ ਦੇ ਲਈ। ਇਹਦੇ ਵਿੱਚ ਇਹ ਗੱਲ ਬੜੀ ਜਿਹੜੀ ਆ ਜ਼ਰੂਰੀ ਆ ਜਾਣਨੀ ਕਿ ਇਹ ਗੱਲ ਤੈਅ ਆ
ਕਿ ਚਾਹੇ ਜਦੋਂ ਮਰਜੀ ਜਿਹੜਾ ਯੂਕਰੇਨ ਜਦੋਂ ਵੀ ਸ਼ਾਮਲ ਹੁੰਦਾ ਨੇਟੋ ਦੇ ਵਿੱਚ, ਪਰ ਉਹ ਸ਼ਾਮਲ ਇਸ ਜੰਗ ਤੋਂ ਬਾਅਦ ਹੋਵੇਗਾ, ਕਿਉਂਕਿ ਜਿਹੜੀ ਰਸ਼ੀਆ ਦੇ ਨਾਲ ਵਾਰ ਹੈ ਉਹਦੇ ਖਤਮ ਹੋਣ ਤੋਂ ਬਾਅਦ ਫਿਰ ਹੀ ਉਹ ਇਹਦੇ ਵਿੱਚ ਹੋਵੇਗਾ, ਨੇਟੋ ਇਤਿਹਾਦ ਦੇ ਵਿੱਚ ਉਹਦੀ ਸ਼ਮੂਲੀਅਤ ਹੋਵੇਗੀ। ਕਿਉਂਕਿ ਜਿਹੜਾ ਨੇਟੋ ਦਾ ਇੱਕ ਇਹਨਾਂ ਦਾ ਜਿਹੜੀ ਸੰਵਿਧਾਨ ਹੈ ਜਾਂ ਨੇਟੋ ਦੇ ਜਿਹੜੇ ਕਾਨੂੰਨ ਹੈ ਉਹਨਾਂ ਦੇ ਮੁਤਾਬਕ ਜੇਕਰ ਇਸ ਮਿਲਟਰੀ ਇਤਿਹਾਦ ਦੇ ਵਿੱਚ ਸ਼ਾਮਲ ਕਿਸੇ ਵੀ ਮੁਲਕ ਦੇ ਉੱਤੇ ਹਮਲਾ ਹੁੰਦਾ ਤਾਂ ਉਹ ਬਾਕੀ ਸਾਰੇ ਮੁਲਕ ਇਹ ਸਮਝਣਗੇ ਕਿ ਉਹਨਾਂ ਦੇ ਉੱਤੇ ਅਟੈਕ ਹੋਇਆ, ਸੋ ਉਹ ਫਿਰ ਉਸੇ ਹਿਸਾਬ ਦੇ ਨਾਲ ਜਵਾਬ ਦੇਣਗੇ। ਸੋ ਭਾਵ ਯੂਰਪ ਦੇ ਜਿੱਦਾਂ ਹੁਣ ਬਹੁਤ ਜਿਵੇਂ ਲਿਥੁਆਨੀਆ ਹੈ, ਜੇਕਰ ਸਪੋਜ਼ ਕਰੋ ਇਹਨਾਂ ਤੇ ਵੀ ਅਟੈਕ ਹੁੰਦਾ, ਜਾਂ ਲਿਥੁਆਨੀਆ, ਪੋਲੈਂਡ ਹੈ, ਜਾਂ ਬਾਕੀ ਜਿੰਨੇ ਵੀ ਮੁਲਕ ਹੈ, ਤਾਂ ਫਿਰ ਉਹਦੇ ਜਵਾਬ ਦੇ ਵਿੱਚ ਪੂਰੀ ਨੇਟੋ ਜਿਹੜੀ ਆ, ਜਿਹਦੇ ਵਿੱਚ US ਆ, UK ਆ, ਫਰਾਂਸ ਆ, ਜਰਮਨੀ ਆ, ਇਹ ਫਿਰ ਇਹਨਾਂ ਦੀਆਂ ਸਾਰਿਆਂ ਦੀਆਂ ਜਿਹੜੀਆਂ ਫੌਜਾਂ ਜਾ ਕੇ ਉਹਨਾਂ ਦਾ ਮੁਕਾਬਲਾ ਕਰਨਗੇ। ਇਹਦੀ ਵਜ੍ਹਾ ਦੇ ਚੱਲਦਿਆਂ ਸੋ ਇਹ ਤਾਂ ਇੱਕ ਬਹੁਤ ਵੱਡਾ ਜਿਹੜਾ ਵੈਸੇ ਹੀ ਇਸ ਕੌਨਫਲਿਕਟ ਦੇ ਵਿੱਚ ਇੱਕ ਹੋਰ ਇੱਕ ਵਰਲਡ ਵਾਰ ਵਰਗੀ ਸਥਿਤੀ ਬਣ ਜਾਣੀ ਹੈ ਜੇਕਰ ਇਸ ਤਰੀਕੇ ਨਾਲ ਹੁੰਦਾ। ਸੋ ਇਹ ਗੱਲ ਤੈਅ ਹੈ ਕਿ ਜਦੋਂ ਮਰਜੀ ਜਿਹੜਾ ਨੇਟੋ ਦੇ ਵਿੱਚ ਯੂਕਰੇਨ ਸ਼ਾਮਲ ਹੋਵੇ, ਪਰ ਉਹ ਹੋਵੇਗਾ ਇਸ ਜੰਗ ਤੋਂ ਬਾਅਦ। ਪਰ ਜਿਹੜੀ ਆ ਨੇਟੋ ਮੁਲਕਾਂ ਦੇ ਵੱਲੋਂ ਉਹਨਾਂ ਨੂੰ ਮਦਦ ਕੀਤੀ ਜਾ ਰਹੀ ਹੈ, ਜਿਹੜੀ ਆ ਯੂਕਰੇਨ ਦੀ ਹਥਿਆਰਾਂ ਦੇ ਨਾਲ। ਉਹ ਤਾਂ ਵੈਸੇ ਜਦੋਂ ਦੀ ਜੰਗ ਸ਼ੁਰੂ ਹੋਈ ਆ ਪਹਿਲੇ ਦਿਨਾਂ ਤੋਂ ਹੀ ਇਸ ਤਰੀਕੇ ਨਾਲ ਹੋ ਰਹੀ ਆ। ਬਹੁਤ ਸਾਰੀਆਂ ਪਾਬੰਦੀਆਂ ਵੈਸਟਰਨ ਕੰਟਰੀਜ਼ ਵੱਲੋਂ ਰਸ਼ੀਆ ਦੇ ਉੱਤੇ ਲਾਈਆਂ ਗਈਆਂ ਵੱਖ-ਵੱਖ ਤਰੀਕੇ ਦੀਆਂ, ਐਂਡ ਹੁਣ ਵੀ ਜਿਹੜਾ ਵੱਖ-ਵੱਖ ਮੁਲਕਾਂ ਨੇ ਗੱਲ ਕਹੀ ਆ ਕਿ ਉਹ ਹੋਰ ਜਿਹੜਾ ਹਥਿਆਰ ਉਹਨਾਂ ਨੂੰ ਦੇਣਗੇ। ਯੂਨਾਈਟਿਡ ਸਟੇਟਸ ਆਫ ਅਮਰੀਕਾ, ਬ੍ਰਿਟੇਨ ਤੇ ਹੋਰ ਜਿਹੜੇ ਕੁਝ ਗਲੋਬਲ ਅਲਾਈਜ਼ ਨੇ ਉਹਨਾਂ ਦੇ ਵੱਲੋਂ ਜਿਹੜੀ ਆ ਦੱਸਦੇ ਆ, ਇਹ ਰॉयਟਰ ਦੀ ਰਿਪੋਰਟ ਹੈ ਕਿ ਉਹਨਾਂ ਦੇ ਵੱਲੋਂ ਤਿਆਰੀ ਕੀਤੀ ਜਾ ਰਹੀ ਆ ਕਿ ਨਵੇਂ ਸਿਕਿਉਰਿਟੀ ਅਸ਼ੋਰੈਂਸਸ ਯੂਕਰੇਨ ਨੂੰ ਦੇਣ ਦੇ ਲਈ। ਹਾਲਾਂਕਿ ਉਹਨਾਂ ਨੂੰ ਨੇਟੋ ਦੇ ਵਿੱਚ ਹਜੇ ਸ਼ਾਮਲ ਕਰਨ ਦਾ ਉਸ ਤਰੀਕੇ ਨਾਲ ਨਹੀਂ ਹੋਇਆ, ਕਿਉਂਕਿ ਉਹਦੇ ਬਾਰੇ ਜੈਂਸ ਸਟੋਲਟਨਬਰਗ ਜਿਹੜੇ ਕਿ ਸੈਕਟਰੀ ਜਨਰਲ ਨੇ ਨੇਟੋ ਦੇ, ਉਹਨਾਂ ਦਾ ਇਹ ਕਹਿਣਾ ਕਿ ਉਹਦੇ ਲਈ ਵੱਖ-ਵੱਖ ਜਿਹੜੇ ਮੈਂਬਰ ਆਫ ਸਟੇਟ ਆ ਉਹਨਾਂ ਦੇ ਵੱਲੋਂ ਤਿਆਰੀਆਂ ਕੀਤੀਆਂ ਜਾਣੀਆਂ, ਜਾਂ ਉਹਨਾਂ ਦੇ ਵੱਲੋਂ ਉਹਨਾਂ ਦੇ ਕੀ ਖਦਸ਼ਾਤ ਨੇ, ਜਿਵੇਂ ਸਵੀਡਨ, ਫਿਨਲੈਂਡ ਨੂੰ ਲੈ ਕੇ ਪਹਿਲਾਂ ਟਰਕੀ ਦੇ ਸੀਗੇ। ਸੋ ਇਸੇ ਤਰੀਕੇ ਨਾਲ ਉਹ ਫਿਰ ਯੂਕਰੇਨ ਨੂੰ ਲੈ ਕੇ ਇਹਨਾਂ ਦਾ ਇੱਕ ਜਿਹੜਾ ਨੇਟੋ ਦਾ ਆਪਣੇ ਇਹਨਾਂ ਦੇ ਇੱਕ ਪ੍ਰੋਟੋਕੋਲਸ ਵੀ ਨੇ ਕਿ ਆਹ ਚੀਜ਼ਾਂ ਉਸ ਮੁਲਕ ਦੇ ਵਿੱਚ ਇਸ ਤਰੀਕੇ ਨਾਲ ਹੋਣੀਆਂ ਚਾਹੀਦੀਆਂ ਜਿਸ ਨੇ ਨੇਟੋ ਦੇ ਵਿੱਚ ਸ਼ਾਮਲ ਹੋਣਾ, ਐਂਡ ਉਹਨਾਂ ਨੂੰ ਲੈ ਕੇ ਫਿਰ ਉਹ ਉਸ ਤੋਂ ਬਾਅਦ ਜਿਹੜੇ ਸਾਰੇ ਪ੍ਰੋਟੋਕੋਲਸ ਜਦੋਂ ਪੂਰੇ ਹੋ ਜਾਂਦੇ ਆ ਫਿਰ ਜਿਹੜਾ ਯੂਕਰੇਨ ਨੇਟੋ ਦੇ ਵਿੱਚ ਸ਼ਾਮਲ ਹੋਵੇਗਾ। ਪਰ ਉਸ ਤੋਂ ਪਹਿਲਾਂ ਜਿਹੜੇ ਹਥਿਆਰ ਜਾਂ ਵਿੱਤੀ ਮਦਦ ਜਿਹੜੀ ਯੂਕਰੇਨ ਨੂੰ ਦਿੱਤੀ ਜਾ ਰਹੀ ਆ ਇਹਨਾਂ ਵੈਸਟਰਨ ਕੰਟਰੀਜ਼ ਦੇ ਵੱਲੋਂ, ਉਹਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜਿਹੜੀਆਂ ਚੀਜ਼ਾਂ ਸਾਨੂੰ ਦੇਖਣ ਨੂੰ ਮਿਲ ਸਕਦੀਆਂ। ਹਾਲਾਂਕਿ US ਨੇ ਤਾਂ ਪਹਿਲਾਂ ਹੀ ਜਿਹੜਾ ਕਲਸਟਰ ਮਿਊਨੇਸ਼ਨਸ ਆ ਉਹਦਾ ਦੇਣ ਦਾ ਐਲਾਨ ਕੀਤਾ